वाहिगुरु 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 वाहिगुरु। ਤਿੰਨਾਂ ਗੁਣਾਂ ਵਿੱਚ ਹੋ ਕੇ ਵੀ ਤਿੰਨਾਂ ਗੁਣਾਂ ਤੋਂ ਅਤੀਤ ਹੈ, ਤਿੰਨਾਂ ਕਾਲਾਂ ਵਿੱਚ ਹੋ ਕੇ ਵੀ ਉਹ ਕਾਲ ਅਤੀਤ ਹੈ, ਤਿੰਨਾਂ ਅਵਸਥਾਵਾਂ ਵਿੱਚ ਹੋ ਕੇ ਵੀ ਉਹ ਸਾਰੀਆਂ ਅਵਸਥਾਵਾਂ ਤੋਂ ਅਤੀਤ ਹੈ। ਉਹ ਹੈ ਇੱਕ ਓਂਕਾਰ, ਉਹਦਾ ਸਰਗੁਣ ਰੂਪ ਹੈ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, आओ जो लड़ीवार विचार पावन बानी श्री आनंद साहब जी की पवित्र बानी दी जो विचार चल रही है, हुण तक 15 पौड़ियाँ 16 पौड़ियाँ की विचार हो चुकी है। अज 17वीं पौड़ी तो विचार आरंभ करांगे। अगों जैसी जैसी मेरे सतगुर पातशाह किरपा करनगे। बड़ी मनोहर बानी है, सिख दा नितनेम भी है बानी, ते जीवन दे जाच दा अमुल खजाना है बानी। किस तरह आम जीव बानी दे आसरे, गुरु उपदेश के आसरे तुरदे तुरदे हौली हौली उस परम अवस्था आनंद तक पहुँच सकता है। इस सारी बानी उस आनंद अवस्था तक पहुँचन दा एक ब्लू प्रिंट है, एक नक्शा है। जिथे गुरु उपदेश है उत्थे इस बानी की अपनी महिमा है। बानी की इतनी बरकत है, मन सहजे ही जुड़ता है। समुची बानी ब्रह्म ज्ञान है। धन गुरु ग्रंथ साहिब जी की समुची बानी ही ब्रह्म ज्ञान है। आओ जुड़िए, पहले पौड़ी के पाठ नाल जुड़िए, फिर जैसी जैसी मेरे गुरु बख्शिश करनगे। पवित्र होए से जना जिनी हर त्याया। पवित्र होए से जना जिनी हर त्याया। हर त्याया पवित्र होए गुरमुख जिनी त्याया। पवित्र माता पिता कुटुंब सहित स्यों पवित्र संगत सबाइया। कह दे पवित्र सुन दे पवित्र से पवित्र जिनी मन वसाया। कह नानक से पवित्र जिनी गुरमुख हर हर त्याया। कह नानक से पवित्र जिनी गुरमुख हर हर त्याया। उसे प्रसंग नूं पिछली पौड़ी दे
ਕਹੇ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਨਾਇਆ। ਅੱਗੇ ਤੋਰਦੇ ਹੋਏ ਗੁਰਦੇਵ ਕਹਿੰਦੇ ਨੇ, ਜਿਹੜੇ ਇਸ ਤਰ੍ਹਾਂ ਗੁਰੂ ਦੇ ਦੁਆਰਾ ਗੁਰੂ ਤੋਂ ਉਪਦੇਸ਼ ਲੈ ਕੇ ਨਾਮ ਰੰਗ ਵਿੱਚ ਰੰਗੇ ਗਏ, ਉਸ ਮੰਗਲ ਗੀਤ ਵਿੱਚ ਰੰਗੇ ਗਏ, ਉਹ ਪਵਿੱਤਰ ਹੋ ਗਏ। ਖਾਲੀ ਸਰੀਰ ਦੇ ਪਵਿੱਤਰਤਾ ਦੀ ਗੱਲ ਨਹੀਂ ਹੈ, ਉਹਨਾਂ ਦਾ ਅੰਤਸ਼ਕਰਨ ਪਵਿੱਤਰ ਹੋ ਗਿਆ। ਹੁਣ ਕੋਈ ਮਾੜੀ ਸੋਚ ਉਹਨਾਂ ਦੇ ਅੰਦਰ ਬਾਕੀ ਨਹੀਂ, ਕੋਈ ਮੇਰ ਤੇਰ ਬਾਕੀ ਨਹੀਂ, ਕੋਈ ਵਿਤਕਰੇ ਬਾਕੀ ਨਹੀਂ, ਕੋਈ ਰਾਗ ਦਵੇਸ਼ ਬਾਕੀ ਨਹੀਂ। ਇੱਕ ਸਹਿਜ ਅਵਸਥਾ, ਇੱਕ ਸਹਿਜ ਵਿੱਚ ਉਹ ਤੁਰ ਪਏ, ਉਹ ਪਵਿੱਤਰ ਹੋ ਗਏ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਹਰੀ ਨਾਮ ਦਾ ਐਸਾ ਰੰਗ ਹੈ ਜੋ ਅੰਦਰ ਦੀ ਸਾਰੀ ਪਾਪਾਂ ਦੀ ਮੈਲ ਨੂੰ ਧੋ ਦਿੰਦਾ ਹੈ। ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਫਿਰ ਰਿਪੀਟ ਕਰਕੇ ਗੁਰਦੇਵ ਸਮਝਾ ਰਹੇ ਨੇ, ਹਰੀ ਧਿਆਇਆ, ਜਿਸਨੇ ਪ੍ਰਮਾਤਮਾ ਨੂੰ ਧਿਆਇਆ। ਧਿਆਨਾ ਸਮਝ ਲਓ, ਅੱਜ ਕੱਲ੍ਹ ਮੈਡੀਟੇਸ਼ਨ ਦੀਆਂ ਗੱਲਾਂ ਤੇ ਬਹੁਤ ਚੱਲ ਰਹੀਆਂ ਨੇ, ਪਰ ਮੈਡੀਟੇਸ਼ਨ ਕਹਿੰਦੇ ਕਿਹਨੂੰ ਨੇ? ਜਿਹਦੇ ਵਿੱਚ ਮੈਡੀਟੇਸ਼ਨ ਦਾ ਆਖਰੀ ਅਰਥ ਅਗਰ ਲਾਈਏ ਤਾਂ ਧਿਆਨ ਕਰਨ ਦੀ ਕਿਰਿਆ ਨਹੀਂ ਹੈ, ਧਿਆਨ ਦੇਣ ਦੀ ਕਿਰਿਆ ਹੈ। ਧਿਆਨ ਦਿਓ, ਧਿਆਨ ਕਰੋ ਨਹੀਂ। ਤੇ ਧਿਆਨ ਕਿਤਨਾ ਗਹਿਰਾ ਚਲਾ ਜਾਏ ਕਿ ਆਪਣੀ ਹੋਂਦ ਦਾ ਵੀ ਅਨੁਭਵ ਖਤਮ ਹੋ ਜਾਏ। Meditation is transcending the realm of body, mind and intellect. ਆਪਣੇ ਆਤਮਾ ਵਿੱਚ ਸਥਿਤ ਹੋਣ ਦਾ ਨਾਮ ਹੈ ਧਿਆਨ। ਪਰ ਇਹ ਕਿਵੇਂ ਇਸ ਅਵਸਥਾ ਤੇ ਪਹੁੰਚੇਗਾ? ਜਦੋਂ ਗੁਰੂ ਦੁਆਰਾ ਦਿੱਤੇ ਨਾਮ ਦਾ ਅਭਿਆਸ ਕਰਦੇ 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 ਨਾਮ ਵਿੱਚ ਇਤਨਾ ਰਸ, ਇਤਨੀ ਲੀਨਤਾ ਹੋ ਜਾਏਗੀ ਕਿ ਆਪਣੀ ਹੋਂਦ ਹੀ ਭੁੱਲ ਜਾਏ। ਕੌਣ ਜਪ ਰਿਹਾ ਹੈ, ਕੀ ਜਪ ਰਿਹਾ ਹੈ, ਕਿਹਨੂੰ ਜਪ ਰਿਹਾ ਹੈ? ਧਿਆਤਾ ਤੇ ਧਿਆਨ, ਇਹਨੂੰ ਕਹਿੰਦੇ ਤ੍ਰਿਕੁਟੀ। ਧਿਆਤਾ ਜੋ ਧਿਆਨ ਦੇ ਰਿਹਾ ਹੈ, ਤੇ ਜਿਹਨੂੰ ਧਿਆ ਰਿਹਾ ਹੈ, ਤੇ ਧਿਆਨ ਉਹ ਕਿਰਿਆ ਜਿਹਦੇ ਦੁਆਰਾ ਧਿਆ ਰਿਹਾ ਹੈ। ਉਹ ਤਿੰਨੇ ਹੀ ਛੁੱਟ ਕੇ ਇੱਕ ਧੇ ਵਿੱਚ ਲੀਨ ਹੋ ਜਾਣਾ, ਇੱਕ ਉਸ ਅਨੰਤ ਵਿੱਚ ਆਪਣਾ ਸਰਵਸ ਖੋ ਦੇਣਾ, ਖੋ ਜਾਣ ਦੀ ਪ੍ਰਕਿਰਿਆ ਹੈ। ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਇੱਥੇ ਗੁਰਮੁਖ ਤੋਂ ਭਾਵ ਹੈ ਗੁਰੂ ਉਪਦੇਸ਼, ਜਿਨ੍ਹਾਂ ਨੇ ਗੁਰੂ ਉਪਦੇਸ਼ ਦੁਆਰਾ ਉਸ ਪਰਿਪੂਰਨ ਪਰਮਾਤਮਾ ਵਿੱਚ ਆਪਣਾ ਧਿਆਨ ਟਿਕਾ ਦਿੱਤਾ, ਆਪਣਾ ਆਪਾ ਟਿਕਾ ਦਿੱਤਾ। ਉਹ ਫਿਰ ਪਵਿੱਤਰ ਹੋ ਗਏ, ਤੇ ਪਵਿੱਤਰ ਸਵੈਮ ਹੀ ਨਹੀਂ ਹੋਏ, ਖਾਲੀ ਆਪ ਹੀ ਪਵਿੱਤਰ ਨਹੀਂ ਹੋਏ, ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਓ ਪਵਿੱਤ ਸੰਗਤ ਸਭਾਈਆ। ਉਹ ਆਪ ਤੇ ਪਵਿੱਤਰ ਹੋਏ, ਉਹਨਾਂ ਦੇ ਮਾਤਾ ਪਿਤਾ ਵੀ, ਕਿਉਂਕਿ ਜਿਨ੍ਹਾਂ ਦੀ ਕਿਰਪਾ ਸਦਕਾ ਸੰਸਾਰ ਵਿੱਚ ਤੁਸੀਂ ਆਏ, ਉਹਨਾਂ ਨੂੰ ਵੀ ਫਲੀਭੂਤ ਇਹ ਫਲ ਪ੍ਰਾਪਤ ਹੋਇਆ, ਉਹਨਾਂ ਦਾ ਵੀ ਅੰਤਸ਼ਕਰਨ ਪਵਿੱਤਰ ਹੋ ਗਿਆ। ਖਾਲੀ ਮਾਤਾ ਪਿਤਾ ਨਹੀਂ, ਪੂਰਾ ਕੁਟੁੰਬ ਹੀ ਤਰ ਜਾਂਦਾ ਹੈ ਐਸੇ ਮਨੁੱਖ ਨਾਲ। ਕੁਟੁੰਬ ਸਹਿਤ ਸਿਓ ਪਵਿੱਤ, ਤੇ ਖਾਲੀ ਕੁਟੁੰਬ ਹੀ ਨਹੀਂ, ਪਰਿਵਾਰ ਜਾਨੀ ਨਹੀਂ, ਜਿਹੜਾ ਵੀ ਉਹਨਾਂ ਜਪਣ ਵਾਲਿਆਂ ਦੀ ਸੰਗਤ ਵਿੱਚ ਆਂਦਾ ਹੈ, ਉਹ ਵੀ ਰੰਗਿਆ ਜਾਂਦਾ, ਉਹ ਵੀ ਪਵਿੱਤਰ ਹੋ ਜਾਂਦਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਪਣ ਵਾਲਿਆਂ ਦੀ ਸੰਗਤ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਸਾਧੂ ਸੰਗ ਭਜੋ ਗੋਪਾਲ। ਸਾਧੂ ਭਾਵ ਜਿਹੜੇ ਜੁੜ ਗਏ ਹਨ, ਜਿਨ੍ਹਾਂ ਨੇ ਆਪਣਾ ਜੀਵਨ ਸਾਧ ਲਿਆ ਹੈ ਤੇ ਉਹ ਪਰਮੇਸ਼ਵਰ ਭਗਤੀ ਵਿੱਚ ਜੁੜ ਗਏ ਹਨ, ਉਹਨਾਂ ਦੇ ਨਾਲ ਜੁੜ ਕੇ ਬੈਠ ਕੇ ਨਾਮ ਜਪੋ। ਸਾਧੂ ਸੰਗ ਭਜੋ ਗੋਪਾਲ। ਆਨ ਸੰਜਮ, ਮੇਰੇ ਗੁਰਦੇਵ ਕਹਿੰਦੇ ਨੇ ਹੋਰ ਕੋਈ ਰਸਤਾ ਮੈਨੂੰ ਇਸ ਕਲਯੁਗ ਵਿੱਚ
ਦਿਖਾਈ ਨਹੀਂ ਦਿੰਦਾ ਤਰਨ ਦਾ। ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲਕਾਲ। ਇਸ ਜਤਨ ਦੁਆਰਾ ਤੂੰ ਕਲਯੁਗ ਦੇ ਭੰਵਰ ਜਾਲ ਤੋਂ, ਅੰਦਰ ਦੇ ਕਲਾ ਕਲੇਸ਼ ਤੋਂ ਉੱਪਰ ਉੱਠ ਕੇ ਅੰਤਰਾਤਮੇ ਪਵਿੱਤਰ ਹੋ ਕੇ ਉਸ ਪਰਮੇਸ਼ਵਰ ਨੂੰ ਪਾ ਲਏਗਾ। ਪਵਿੱਤ ਸੰਗਤ ਸਭਾਇਆ, ਉਹਨਾਂ ਦੇ ਸੰਗ ਵਿੱਚ ਵੀ ਜਿਹੜਾ ਆਉਂਦਾ ਹੈ ਉਹ ਤਰ ਜਾਂਦਾ ਹੈ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਉਹਦਾ ਨਾਮ ਜਪਣ ਵਾਲੇ ਵੀ ਉਹ ਵੀ ਪਵਿੱਤਰ ਹੋ ਜਾਂਦੇ ਹਨ। ਉਹ ਨਾਮ ਸੁਣਨ ਵਾਲੇ ਵੀ ਪਵਿੱਤਰ ਹੋ ਜਾਂਦੇ ਹਨ। ਸੁਣਨ ਦੀ ਕਿਤਨੀ ਮਹਿਮਾ ਹੈ। ਸੁਣੈ ਸਿੱਧ ਪੀਰ ਸੁਰਨਾਥ, ਸੁਣ ਸੁਣ ਕੇ ਸਿੱਧਾਂ ਵਾਲੀ ਅਵਸਥਾ, ਪੀਰਾਂ ਵਾਲੀ ਅਵਸਥਾ। ਜੋਗੀ ਜਿਹੜੇ ਨਾਥ ਜੋਗੀ ਨੇ, ਸੰਸਾਰ ਵਿੱਚ ਆ ਕੇ ਉਸ ਪਰਮੇਸ਼ਵਰ ਵਿੱਚ ਪਹੁੰਚਣ ਦੇ ਕਿਤਨੇ ਕਿਤਨੇ ਗਹਿਰੇ ਯਤਨ, ਕਿਤਨੀਆਂ ਸਿੱਧੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ। ਉਹ ਅਵਸਥਾਵਾਂ ਮਿਲ ਜਾਂਦੀਆਂ ਹਨ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਜਿਨ੍ਹਾਂ ਨੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਵਸਾ ਲਿਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਇੱਕ ਵਾਰੀ ਫੇਰ ਰਿਪੀਟ ਕਰਕੇ ਦੱਸ ਰਹੇ ਨੇ ਮੇਰੇ ਪਾਤਸ਼ਾਹ। ਕਹੇ ਨਾਨਕ, ਤੀਜੇ ਨਾਨਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਿਰਪਾ ਕਰਦੇ ਹਨ। ਸੇ ਪਵਿੱਤ, ਉਹ ਪਵਿੱਤਰ ਹੋ ਗਏ ਜਿਨੀ ਗੁਰਮੁਖ, ਗੁਰਮੁਖ ਭਾਵ ਗੁਰੂ ਦੁਆਰਾ ਹਰ ਹਰ ਧਿਆਇਆ। ਗੁਰੂ ਤੋਂ ਉਪਦੇਸ਼ ਲੈ ਕੇ ਉਸ ਹਰੀ ਦੇ ਵਿਚਕਾਰ ਆਪਣਾ ਧਿਆਨ, ਆਪਣੀਆਂ ਬਿਰਤੀਆਂ ਸਮੇਟ ਕੇ ਇੱਕ ਇਕਾਗਰ ਚਿੱਤ ਹੋ ਕੇ ਉਸ ਦੀ ਭਗਤੀ ਵਿੱਚ ਲੀਨ ਹੋ ਗਏ, ਉਸ ਦੇ ਨਾਮ ਵਿੱਚ ਲੀਨ ਹੋ ਗਏ। ਉਸ ਅੰਤਿਸ਼ਕਰਨ ਤੋਂ ਉੱਤੇ ਲੰਘ ਕੇ ਆਤਮਾ ਵਿੱਚ ਟਿਕ ਗਏ, ਆਪਣੇ ਸਵਰੂਪ ਵਿੱਚ ਟਿਕ ਗਏ। ਉਹਨੂੰ ਕਹਿੰਦੇ ਨੇ ਧਿਆਨਾ। ਪਵਿੱਤ ਗੁਰਮੁਖ ਹਰ ਹਰ, ਉਸ ਹਰੀ ਪਰਮਾਤਮਾ ਨੂੰ ਜਿਨ੍ਹਾਂ ਨੇ ਇਸ ਤਰ੍ਹਾਂ ਗੁਰੂ ਤੋਂ ਉਪਦੇਸ਼ ਲੈ ਕੇ ਮਨ ਜੋੜ ਦਿੱਤਾ, ਟਿਕਾ ਲਿਆ ਮਨ ਨੂੰ। ਅਗਲੀ ਪੌੜੀ ਗੁਰਦੇਵ ਕਿਰਪਾ ਕਰਦੇ ਹਨ। ਜੋ ਸੰਸਾਰ ਵਿੱਚ ਭਰਮ ਜਾਲ ਹੈ ਕਿ ਅਸੀਂ ਇਸ ਤਰ੍ਹਾਂ ਕਰਾਂਗੇ ਤੇ ਸਾਨੂੰ ਪਰਮਾਤਮਾ ਮਿਲ ਜਾਏਗਾ, ਇਸ ਤਰ੍ਹਾਂ ਕਰਾਂਗੇ ਤੇ ਪਰਮਾਤਮਾ ਮਿਲ ਜਾਏਗਾ, ਹੋਰ ਕੋਈ ਸਾਧਨ ਚੱਲਦਾ ਨਹੀਂ ਹੈ। ਇਸ ਪੌੜੀ ਵਿੱਚ ਉਹ ਸਾਰੇ ਸਾਧਨਾਂ ਨੂੰ ਤੀਰਥਾਂ ਦੇ ਇਸ਼ਨਾਨ, ਪੁੰਨ ਦਾਨ ਕਿਰਿਆ, ਇਹ ਸਭ ਚੀਜ਼ਾਂ ਨੂੰ ਪਾਤਸ਼ਾਹ ਨੇ ਕਰਮ ਕਾਂਡ ਦੱਸਿਆ। ਇਹਨਾਂ ਦਾ ਫਲ ਮਿਲਦਾ ਹੈ। ਪਾਤਸ਼ਾਹ ਜਿਵੇਂ ਜਪਜੀ ਸਾਹਿਬ ਵਿੱਚ ਵੀ ਕਿਹਾ ਹੈ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ। ਤਿਲ ਮਾਤਰ ਹੀ ਕੋਈ ਮਾਨ ਮਿਲਦਾ ਵੀ ਹੈ ਨਾ, ਕੋਈ ਪ੍ਰਾਪਤੀ ਹੁੰਦੀ ਵੀ ਤਾਂ ਤਿਲ ਮਾਤਰ ਹੈ। ਕੋਈ ਸਿੱਧੀ ਮਿਲ ਗਈ, ਕਿਸੇ ਨੂੰ ਵਾਕ ਸਿੱਧੀ ਹੋ ਗਈ, ਕਿਸੇ ਨੂੰ ਕੋਈ ਹੋਰ ਸਿੱਧੀ ਮਿਲ ਗਈ, ਕੋਈ ਧਨ ਸੰਪਦਾ ਪ੍ਰਾਪਤ ਹੋ ਗਈ, ਬਸ ਇਸ ਤੋਂ ਅੱਗੇ ਨਹੀਂ। ਮਨ ਦਾ ਟਿਕਾਵ ਨਹੀਂ ਮਿਲਿਆ। ਇਤਨੇ ਜੋਗੀ ਸਨ, ਇਤਨੀਆਂ ਰਿੱਧੀਆਂ ਸਿੱਧੀਆਂ ਸਨ, ਪਰ ਮਨ ਦਾ ਟਿਕਾਵ ਤਾਂ ਨਹੀਂ ਸੀ। ਅਖੀਰ ਗੁਰੂ ਨਾਨਕ ਦੇ ਚਰਨੀ ਪੈ ਕੇ ਨਾਮ ਦੇ ਵਿੱਚ ਉਹਨਾਂ ਲਿਵ ਜੋੜੀ। ਸ਼ਬਦ ਸ਼ਾਂਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਗੁਰੂ ਨਾਨਕ ਤੋਂ ਸ਼ਬਦ ਸੁਣ ਕੇ ਉਹਨਾਂ ਦੇ ਅੰਦਰ ਸ਼ਰਨ ਨੂੰ ਸ਼ਾਂਤੀ ਪ੍ਰਾਪਤ ਹੋਈ। ਸਿੱਧੀਆਂ ਜਿਤਨੀਆਂ ਵੀ ਹੋਣ, ਜਦ ਤੱਕ ਮਨ ਸ਼ਾਂਤ ਨਹੀਂ ਹੋਇਆ ਗੱਲ ਬੰਦੀ ਨਹੀਂ। ਪਾਤਸ਼ਾਹ ਇਸ ਪੌੜੀ ਵਿੱਚ ਕਿਰਪਾ ਕਰਦੇ ਹਨ। ਕਰਮੀ ਸਹਿਜ ਨਾ ਉਪਜੈ। ਸਹਿਜ ਕਹਿੰਦੇ ਨੇ ਟਿਕਾਵ ਨੂੰ, ਆਨੰਦ ਅਵਸਥਾ ਨੂੰ। ਕਰਮ ਕਾਂਡਾਂ ਦੁਆਰਾ ਆਨੰਦ ਪ੍ਰਾਪਤ ਨਹੀਂ ਹੋਇਆ। ਪਾਤਸ਼ਾਹ ਬਾਣੀ ਦੇ ਇੱਕ ਸ਼ਬਦ ਦੁਆਰਾ ਉਪਦੇਸ਼ ਕਰਦੇ ਹਨ। ਪਾਠ ਪੜ੍ਹਿਓ ਹਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਪਾਠ ਵੀ ਕੀਤੇ, ਪੜ੍ਹੇ, ਬੜੇ ਵੇਦ ਵੀ ਪੜ੍ਹੇ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਬੜੀ ਵਿਚਾਰ ਕੀਤੀ ਵੇਦਾਂ ਸ਼ਾਸਤਰਾਂ ਦੀ, ਉਪਨਿਸ਼ਦਾਂ ਦੀ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਨਿਵਲ ਭਯੰਗਮ ਜੋ ਸਿੱਧ ਲੋਕ ਕਰਦੇ ਸਨ ਨਾ, ਆਪਣੀਆਂ ਆਂਤੜੀਆਂ ਬਾਹਰ ਕੱਢ ਕੇ ਧੋ ਲੈਣੀਆਂ, ਲੰਬੀ ਉਮਰਾਂ ਵਾਸਤੇ ਹੋਰ ਤਰ੍ਹਾਂ ਦੇ ਸਾਧਨ ਕਰਨੇ, ਯੋਗ ਸਾਧਨ ਕਰਨੇ।
ਨਿਵਲ ਭਯੰਗਮ ਸਾਧੇ। ਪੰਜ ਜਨਾਂ ਸਿਓ ਸੰਗ ਨਾ ਛੁਟਕਿਓ। ਪਰ ਇਹ ਜੋ ਪੰਜ ਹਨ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਤੇ ਉਲਟਾ ਵੱਧ ਗਿਆ। ਜਪਨ ਦਾ ਵੀ ਹੰਕਾਰ ਹੋ ਗਿਆ, ਮੈਂ ਇੰਨੇ ਵੇਦਾਂ ਦਾ ਗਿਆਤਾ, ਮੈਂ ਇੰਨੇ ਵੇਦਾਂ ਦਾ ਗਿਆਤਾ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਅਦਕ ਅਹਿਮ ਬਿਦ ਬਾਧੇ। ਪਾਤਸ਼ਾਹ ਕਹਿੰਦੇ ਨੇ, ਪਿਆਰੇ ਇਨ ਬਿਦ ਮਿਲਨ ਨਾ ਜਾਈ। ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ। ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧੀ ਕਿਰਪਾ ਕਰੋ ਪਾਤਸ਼ਾਹ। ਬੜੇ ਕਰਮ ਕੀਤੇ ਪਰ ਮਨ ਨਹੀਂ ਟਿਕਿਆ, ਸਹਿਜ ਨਹੀਂ ਪ੍ਰਾਪਤ ਹੋਈ, ਸ਼ੰਕੇ ਨਹੀਂ ਗਏ। ਉਹ ਕਿਵੇਂ ਜਾਣਗੇ? ਨਾਮ ਨਾਲ ਜੁੜਿਆ ਜਾਣਗੇ। ਕਹਿੰਦੇ ਨੇ ਬੜੇ ਯਤਨ ਕੀਤੇ ਪਰ ਹੁਣ ਵਿਵੇਕ ਬੁੱਧੀ, ਜਿਸ ਤਰ੍ਹਾਂ ਅਸੀਂ ਰੋਜ਼ ਦੀ ਅਰਦਾਸ ਕਰਦੇ ਹਾਂ ਨਾ, ਵਿਵੇਕ ਦਾਨ। ਸੱਚਾਈ ਹੈ ਕਿ ਸਾਨੂੰ ਪਤਾ ਹੀ ਨਹੀਂ ਵਿਵੇਕ ਕਹਿੰਦੇ ਕਿਹਨੂੰ। ਵਿਵੇਕ ਤੋਂ ਭਾਵ ਹੁੰਦਾ ਹੈ ਸੱਤ ਤੇ ਅਸਤ ਦੀ ਵਿਚਾਰ ਕਰਨੀ। ਸੰਸਾਰ ਵਿੱਚ ਸੱਤ ਕੀ ਹੈ? ਸੱਤ ਇੱਕ ਹੀ ਹੈ, ਪਰਮਾਤਮਾ। ਬਾਕੀ ਜੋ ਹੈ ਉਹ ਅਸਤ ਹੈ। ਅਸਤ ਨਾਲ ਜੁੜਨਾ, ਅਨਾਤਮ ਭਾਵ ਨਾਲ ਜੁੜਨਾ, ਇਹ ਭਟਕਣ ਹੈ। ਆਤਮ ਵਿੱਚ ਟਿਕਣਾ, ਸਤ ਪਰਮਾਤਮਾ ਨੂੰ ਪਾਉਣ ਦਾ ਯਤਨ ਕਰਨਾ, ਇਹ ਵਿਵੇਕ ਹੈ। ਇਹਦੀ ਜਦੋਂ ਸਮਝ ਲਿਆ ਕਿ ਅਸਤ ਕੀ ਹੈ ਤੇ ਸਤ ਕੀ ਹੈ, ਫਿਰ ਰਸਤਾ ਸੁਖੈਨ ਹੋ ਜਾਂਦਾ ਹੈ। ਫਿਰ ਸਾਰੇ ਸ਼ੰਕੇ, ਕਿਉਂਕਿ ਆਸ਼ਾਵਾਂ ਜਬ ਲਗ ਆਸ ਅੰਦੇਸਾ ਤਬ ਹੀ। ਜਦੋਂ ਤੱਕ ਆਸ਼ਾਵਾਂ ਨੇ, ਇੱਛਾਵਾਂ ਨੇ, ਉਮੀਦਾਂ ਨੇ, ਤਦ ਤੱਕ ਸ਼ੰਕਾ ਨਾਲ ਖੜੀ ਹੈ। ਪਤਾ ਨਹੀਂ ਇੱਛਾ ਪੂਰੀ ਹੋਏਗੀ ਕਿ ਨਹੀਂ ਹੋਏਗੀ, ਪਤਾ ਨਹੀਂ ਉਮੀਦ ਪੂਰੀ ਹੋਏਗੀ ਕਿ ਨਹੀਂ ਹੋਈ। ਉਮੀਦ ਤਾਂ ਕੀਤੀ ਹੈ ਪਰ ਇਹ ਕੰਮ ਹੋਏਗਾ ਕਿ ਨਹੀਂ ਹੋਏਗਾ, ਨਹੀਂ। ਇਸ ਤੋਂ ਉੱਤੇ ਲੰਘ ਜਾਣਾ। ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ। ਸਹਿਸਾ ਕਹਿੰਦੇ ਨੇ ਡਾਊਟਸ ਨੂੰ, ਸਹਿਜ ਕਹਿੰਦੇ ਨੇ ਆਤਮ ਦੇ ਟਿਕਾਵ ਨੂੰ। ਚੌਥਾ ਪਦ ਆਨੰਦਾ ਪਦ, ਆਨੰਦ ਅਵਸਥਾ। ਤੇ ਜਦ ਤੱਕ ਇਹ ਅਵਸਥਾ ਆਏਗੀ ਨਹੀਂ, ਡਾਊਟਸ ਜਿਹੜੇ ਪਰੇਸ਼ਾਨੀਆਂ ਨੇ, ਚਿੰਤਾਵਾਂ ਨੇ, ਖਤਮ ਨਹੀਂ ਹੋਣਗੀਆਂ, ਸ਼ੰਕੇ ਨਹੀਂ ਜਾਣਗੇ। ਨਾ ਜਾਏ ਸਹਿਸਾ ਕਿਤੇ ਸੰਜਮ, ਹੋਰ ਕਿਸੇ ਰਸਤੇ ਜਾਏਗਾ ਨਹੀਂ ਹੈ, ਡਾਊਟਸ ਖਤਮ ਨਹੀਂ ਹੋਣਗੇ। ਕਹੇ ਕਰਮ ਰਹੇ ਕਰਮ ਕਮਾਏ, ਜਿਤਨੇ ਮਰਜ਼ੀ ਤੂੰ ਕਰਮ ਕਮਾ ਲੈ। ਇੱਕ ਤੀਰਥ 'ਤੇ ਜਾਂਦਾ, ਕਹਿੰਦਾ ਸ਼ਾਇਦ ਉਹ ਤੀਰਥ 'ਤੇ ਜਾਊਂਗਾ ਤਾਂ ਕੰਮ ਹੋ ਜਾਏਗਾ, ਉਸ ਤੀਰਥ 'ਤੇ ਜਾਵਾਂਗਾ। ਇਹ ਭਟਕਣ ਮੁੱਕਦੀ ਹੀ ਨਹੀਂ, ਕਿਉਂਕਿ ਅੰਦਰ ਸ਼ੰਕਾ ਖੜਾ ਹੈ, ਅੰਦਰ ਸੰਸਾਰ ਦੀ ਇੱਛਾ ਹੈ। ਇੱਛਾ ਕਦੀ ਕਿਸੇ ਦੀ ਪੂਰੀ ਹੋਈ ਨਹੀਂ। ਨਿਰਿਛਿਤ ਹੋ ਜਾ, ਇੱਕ ਇੱਛਾ ਪੂਰੀ ਹੋਏਗੀ, 10 ਨਵੀਆਂ ਇੱਛਾਵਾਂ ਜਾਗ ਜਾਣਗੀਆਂ। ਉਹ ਇੱਛਾ ਹੀ ਰੋਗ ਬਣ ਜਾਏਗੀ, ਉਹ ਇੱਛਾ ਹੀ ਚਿੰਤਾ ਦਾ ਮੂਲ ਕਾਰਨ ਬਣ ਜਾਏਗੀ। ਇੱਕ ਇੱਛਾ ਪੂਰੀ ਹੁੰਦੀ ਹੈ ਤਾਂ ਇਸ ਵਿਦਵਾਨ ਜਨ ਮਹਾਂਪੁरुष ਕਹਿੰਦੇ ਨੇ, ਇੱਛਾ ਕੇ त्याग में ही सुख है, इच्छा की पूर्ति में सुख नहीं है। न जाए सहसा किते संजम, रहे कर्म कमाए। तो जितने मर्जी, पातशाह ने किया ना, जपजी साहब जी रंग पौड़ी कहता है, सोचा सोच ना हो गई, जे सोच ही लखवार। ਇੱਥੇ ਸੋਚ ਤੋਂ ਭਾਵ ਹੈ ਸਰੀਰ ਦੀ ਪਵਿੱਤਰਤਾ। ਕਹਿੰਦੇ ਸਰੀਰ ਦੀ ਪਵਿੱਤਰਤਾ ਤੀਰਥਾਂ ਦੇ ਇਸ਼ਨਾਨ ਦੁਆਰਾ ਤੂੰ ਕਵੇਂ ਮੈਂ ਪਰਮਾਤਮਾ ਪਾ ਲਾਂ, ਨਹੀਂ ਪਾਇਆ ਜਾ ਸਕਦਾ, ਨਹੀਂ ਪਾਇਆ ਜਾ ਸਕਦਾ। ਭੁੱਖਿਆਂ ਭੁੱਖ ਨਾ ਉਤਰੀ, ਤੂੰ ਭੁੱਖੇ ਰਹਿ ਕੇ ਕਵੇਂ ਵਰਤ ਸਾਧਨ ਕਰ ਲਾਂ, ਪਰਮਾਤਮਾ ਨੂੰ ਪਾ ਲਾਂ, ਨਹੀਂ ਪਾ। ਕਿਉਂਕਿ ਅੰਦਰ ਮਨ ਦੀ ਭੁੱਖ ਤੇ ਸ਼ਾਂਤ ਨਹੀਂ ਹੋਈ ਨਾ। ਤੇ ਮਨ ਦੀ ਭੁੱਖ ਐਸੀ ਹੈ, ਸਾਰੇ ਸੰਸਾਰ ਦੇ ਭੰਡਾਰ ਬਣ ਕੇ ਦੇ ਦਿਓ, ਇਹਨੂੰ ਫਿਰ ਪੁੱਛੋ ਵੀ ਤੂੰ ਰੱਜ ਗਿਆ? ਕਹਿੰਦਾ ਨਹੀਂ, ਜੇ ਹੋਰ ਚਾਹੀਦਾ। ਪਾਤਸ਼ਾਹ ਕਹਿੰਦੇ ਨਹੀਂ, न जाए सहसा कितै संजम, रहे कर्म कमाए। जितने मर्जी कर्म कमा ले, सहसे जियो मलीन है। तो जिथे शंके ने वो फिर मन मैला है, तो मन मैले तो सब कुछ मैला। तन धोते मन अच्छा ना होए। शरीर दे जिन्हें मर्जी इशनान कर लै, जिन्हें मर्जी तीर्थां ते होया, अगर मन दी मैल ना उतरी तो फिर मन तो मैला।
ਸਹਿਸਾ ਸ਼ੰਕੇ ਵਾਲਾ ਮਨ ਜਿਹੜਾ ਉਹ ਮੈਲਾ ਹੈ। ਸਹਿਸੇ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਨ। ਸਵਾਲ ਰੱਖਿਆ ਪਾਤਸ਼ਾਹ ਨੇ ਸਾਡੇ ਦਿਲਾਂ ਦਾ ਕਿ ਕਿਹੜੇ ਸੰਜਮ, ਕਿਹੜੇ ਤਰੀਕੇ ਨਾਲ, ਕਿਹੜੇ ਡਿਸਿਪਲਿਨ ਵਿੱਚ ਆ ਕੇ ਇਹ ਮਨ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ। ਪਾਤਸ਼ਾਹ ਕਹਿੰਦੇ ਨੇ ਇਹਨੂੰ ਧੋਣ ਦਾ ਹੋਰ ਕੋਈ ਜ਼ਰੀਆ ਨਹੀਂ ਪਈ। ਜਿਸ ਤਰ੍ਹਾਂ ਅਗੇਨ ਜਪਜੀ ਸਾਹਿਬ ਮੂਲ ਸਿਧਾਂਤਕ ਬਾਣੀ ਹੈ। ਵਿਦਵਾਨ ਜਨ ਮਹਾਂਪੁਰਸ਼ ਇਸ ਲਈ ਕਹਿੰਦੇ ਨੇ ਇੱਕ ਓਂਕਾਰ ਦੀ ਵਿਆਖਿਆ ਹੈ ਮੂਲ ਮੰਤਰ। ਮੂਲ ਮੰਤਰ ਦੀ ਵਿਆਖਿਆ ਹੈ ਜਪਜੀ ਸਾਹਿਬ ਜੀ ਦੀ ਬਾਣੀ, ਅਤੇ ਜਪਜੀ ਸਾਹਿਬ ਜੀ ਦੀ ਅੱਗੋਂ ਚੱਲ ਕੇ ਸਾਰੀ ਬਾਣੀ ਦੀ ਵਿਆਖਿਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਸੋ ਮੂਲ ਹੈ ਜਪਜੀ ਸਾਹਿਬ। ਹਰ ਵਿਸ਼ੇ 'ਤੇ ਜਪਜੀ ਸਾਹਿਬ ਵਿੱਚ ਖੋਲ੍ਹ ਕੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਇਹ ਵੱਖਰੀ ਗੱਲ ਹੈ, ਅਸੀਂ ਯਤਨ ਨਹੀਂ ਕੀਤਾ ਉਸ ਖਜ਼ਾਨੇ ਨੂੰ ਖੋਲ੍ਹ ਕੇ ਉਹਦੇ 'ਚੋਂ ਆਪਣਾ ਜੀਵਨ ਦਾ ਜਾਂਚ ਦਾ ਜੋ ਢੰਗ ਹੈ ਉਹ ਪ੍ਰਾਪਤ ਕਰ ਸਕੀਏ। ਇਤਨੇ ਵੱਖ-ਵੱਖ ਸੰਪਰਦਾਵਾਂ ਦੇ ਮਹਾਂਪੁਰਸ਼ਾਂ ਨੇ ਜਪਜੀ ਸਾਹਿਬ 'ਤੇ ਅਧਿਐਨ ਕੀਤਾ, ਟੀਕੇ ਵੀ ਲਿਖੇ, ਵਿਚਾਰਾਂ ਵੀ ਰੱਖੀਆਂ। ਹਰ ਸੰਪਰਦਾ ਦੇ, ਹਰ ਧਰਮ ਦੇ ਮਹਾਂਪੁਰਸ਼ਾਂ ਨੇ ਯਤਨ ਕਰਕੇ ਜਪਜੀ ਸਾਹਿਬ 'ਤੇ ਆਪਣੀਆਂ ਵਿਚਾਰਾਂ ਰੱਖੀਆਂ। ਪਰ ਜਦ ਤੱਕ ਅਸੀਂ ਉਸ ਦੀ ਡੁਬਕੀ ਲਾਵਾਂਗੇ ਨਹੀਂ ਤੇ ਪ੍ਰਾਪਤ ਕੁਛ ਨਹੀਂ ਹੋਏਗਾ। ਸਾਗਰ ਦੇ ਕਿਨਾਰੇ ਤੇ ਕੇਵਲ ਪਾਣੀ ਹੈ। ਹੀਰੇ ਜਤਨ ਜਵਾਹਰ ਮਾਨਕ ਜੇ ਹਾਸਲ ਕਰਨੇ ਤੇ ਫਿਰ ਸਮੁੰਦਰ ਵਿੱਚ ਉਤਰਨਾ ਪਏਗਾ, ਗਹਿਰੀ ਡੁਬਕੀ ਲਾਣੀ ਪਏਗੀ। ਜਿਵੇਂ ਸਮੁੰਦਰ ਵਿੱਚ ਗਹਿਰੀ ਡੁਬਕੀ ਲਾ ਕੇ ਬੇਸ਼ਕੀਮਤੀ ਹੀਰੇ ਜਵਾਹਰਾਤ ਪ੍ਰਾਪਤ ਹੁੰਦੇ ਹਨ, ਸੋ ਜਪਜੀ ਸਾਹਿਬ ਦੀ ਪਾਵਨ ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਗਹਿਰੀ ਡੁਬਕੀ ਲਾਇਆ, ਗਹਿਰੀ ਵਿਚਾਰ ਕੀਤਿਆਂ ਅਨੰਤ ਬਖਸ਼ਿਸ਼ਾਂ, ਅਨੰਤ ਰਹਿਮਤਾਂ, ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਮੇਰੇ ਗੁਰਦੇਵ ਬਖਸ਼ਿਸ਼ ਕਰਦੇ ਹਨ, ਮਨ ਧੋਵੋ ਸ਼ਬਦ ਲਾਗੋ। ਸ਼ਬਦ ਨਾਲ ਜੁੜੋ ਭਾਈ, ਮਨ ਨੂੰ ਧੋਵੋ। ਤਨ ਧੋਤੇ ਮਨ ਅੱਛਾ ਨਾ ਹੋਏ। ਜਪਜੀ ਸਾਹਿਬ ਵਿੱਚ ਇਸ ਤਰ੍ਹਾਂ ਹੀ ਪਾਤਸ਼ਾਹ ਨੇ ਕਿਰਪਾ ਕੀਤੀ ਭਾਈ। ਭੁੱਖਿਆਂ ਰਹਿ ਕੇ ਵੀ ਨਹੀਂ ਮਿਲਣਾ, ਸਿਆਣਪਾਂ ਚਤੁਰਾਈਆਂ ਨਾਲ ਵੀ ਨਹੀਂ ਮਿਲਣਾ। ਮਿਲਣਾ ਕਿਵੇਂ ਹੈ? ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਆਪਣਾ ਆਪਾ ਗੁਰੂ ਅੱਗੇ ਸੌਂਪ ਕੇ ਫਿਰ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲਾਏ। ਇਹ ਚਿੱਤ ਨੂੰ ਸੰਸਾਰ ਵੱਲੋਂ ਤੋੜ ਕੇ ਉਸ ਪਰਮੇਸ਼ਰ ਦੇ, ਉਸ ਨਾਮ ਦੇ, ਉਸ ਬਾਣੀ ਦੇ ਪਵਿੱਤਰ ਉਪਦੇਸ਼ ਨਾਲ ਜੋੜ ਦੇਣਾ। ਇਸ ਤਰ੍ਹਾਂ ਇਹ ਸ਼ੰਕੇ ਖਤਮ ਹੋਣਗੇ ਤੇ ਸ਼ਬਦ ਨਾਲ ਮਨ ਜੁੜ ਜਾਏਗਾ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਉਪਜਾਏ। ਇਸ ਤਰ੍ਹਾਂ ਫਿਰ ਕਰਕੇ ਪਾਤਸ਼ਾਹ ਕਹਿੰਦੇ ਹਨ ਕਿ ਕਹੈ ਨਾਨਕ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਚਾਹੀਦਾ, ਅਖੀਰ ਗੁਰ ਪ੍ਰਸਾਦ। ਇਸ ਪ੍ਰਸਾਦ ਨੂੰ ਠੀਕ ਤਰ੍ਹਾਂ ਸਮਝ ਲੈਣਾ ਪਿਆਰੀ ਸਾਧ ਸੰਗਤ। ਬੜੀ ਬਖਸ਼ਿਸ਼ ਭਰਿਆ ਸ਼ਬਦ ਹੈ ਪ੍ਰਸਾਦ। ਤੁਸੀਂ ਰੋਜ਼ ਗੁਰਦੁਆਰੇ ਜਾਂਦੇ ਹੋ, ਹੋਰ ਧਰਮ ਸਥਾਨਾਂ 'ਤੇ ਮੰਦਰ ਆਦਿ ਜਾਂਦੇ ਹੋ, ਸਤਸੰਗ ਸਭਾਵਾਂ ਜਾਂਦੇ ਹੋ, ਪ੍ਰਸਾਦ ਪ੍ਰਾਪਤ ਹੁੰਦਾ। ਹੁਣ ਹੈ ਤੇ ਉਹ ਗੁਰੂ ਦੀ ਬਖਸ਼ਿਸ਼, ਪਰ ਕਿਆ ਇਹ ਅੰਦਰ ਸਾਡੇ ਭਾਵਨਾ ਹੁੰਦੀ ਹੈ ਕਿ ਸਾਨੂੰ ਗੁਰੂ ਦੀ ਰਹਿਮਤ ਪ੍ਰਾਪਤ ਹੋ ਰਹੀ ਹੈ? ਪ੍ਰਸਾਦ ਨਹੀਂ ਸਮਝ ਪਾਉਂਦੇ। ਜੋ ਮਿਲਦਾ ਵੀ ਹੈ ਉਹ ਫਟਾਫਟ ਕੇ ਨਹੀਂ, ਬਹੁਤ ਜ਼ਿਆਦਾ ਹੈ, ਥੋੜਾ ਦੂਜੇ ਨੂੰ ਦੇ ਦੇਣਾ। ਭਾਈ ਸਾਹਿਬ ਥੋੜਾ ਦੇਣਾ, ਭਾਈ ਸਾਹਿਬ ਮਿੱਠਾ ਤੇਜ਼ ਹੈ, ਭਾਈ ਸਾਹਿਬ ਘਿਓ ਬੜਾ ਹੈ, ਸ਼ੰਕੇ ਕਰਨੇ। ਪ੍ਰਸਾਦ 'ਤੇ ਵੀ ਸ਼ੰਕੇ ਕਰਨੇ, ਕਿਉਂਕਿ ਮਨ ਨੂੰ ਨਾ ਯਕੀਨ ਨਹੀਂ ਹੋਇਆ ਕਿ ਇਹ ਪ੍ਰਸਾਦ ਗੁਰੂ ਦੀ ਰਹਿਮਤ ਹੈ। ਇਸੇ ਤਰ੍ਹਾਂ ਫਿਰ ਜੀਵਨ ਵਿੱਚ ਦੁੱਖ ਆਉਂਦਾ ਹੈ, ਸ਼ਿਕਵੇ ਕਰਨੇ, ਸੁੱਖ ਆਉਂਦਾ ਹੈ, ਝੂਮਣ ਲੱਗ ਪੈਣੇ, ਕਿਉਂਕਿ ਉਹ ਸੁੱਖ ਦੁੱਖ ਵੀ ਤਾਂ ਉਹਦੀ ਦਾਤ ਹੈ ਨਾ। ਇਹ ਬੇ ਦਾਤ ਤੇਰੀ ਦਾਤਾਰ। ਲੇਕਿਨ ਨਹੀਂ, ਹੰਕਾਰ ਖੜਾ ਹੈ। ਮੱਥਾ ਟੇਕਿਆ, ਹੰਕਾਰ ਛੋੜਿਆ ਨਹੀਂ, ਹੰਕਾਰ ਚੁੱਕ ਲਿਆ ਵਾਪਸ ਉੱਥੋਂ। ਪਰਪਸ ਤੇ ਸੀ, ਮੱਥਾ ਟੇਕ ਦਿੱਤਾ, ਹੰਕਾਰ ਸੌਂਪ ਦਿੱਤਾ, ਬੁੱਧੀ ਸੌਂਪ ਦਿੱਤੀ, ਤਨ ਮਨ ਧਨ ਸਭ ਸੌਂਪ ਗੁਰ ਕੋ। ਲੇਕਿਨ ਨਹੀਂ,
ਉਹ ਬੁੱਧੀ ਵਾਪਸ ਚੁੱਕ ਲਈ, ਹੰਕਾਰ ਵਾਪਸ ਚੁੱਕ ਲਿਆ। ਉਹ ਬੁੱਧੀ ਹੁਣ ਕਹਿ ਰਹੀ ਹੈ ਕਿ ਪ੍ਰਸ਼ਾਦ ਵਿੱਚ ਮਿੱਠਾ ਜ਼ਿਆਦਾ ਹੈ, ਘਿਓ ਜ਼ਿਆਦਾ ਹੈ, ਪ੍ਰਸ਼ਾਦ ਬੜਾ ਗਰਮ ਹੈ, ਬੜਾ ਠੰਡਾ ਹੈ। ਇਹ ਸ਼ੰਕੇ ਆ ਗਏ। ਤੇ ਬਾਣੀ ਸਾਰੀ ਪ੍ਰਸ਼ਾਦ ਰੂਪ ਹੈ, ਗੁਰੂ ਉਪਦੇਸ਼ ਸਾਰਾ ਹੀ ਪ੍ਰਸ਼ਾਦ ਰੂਪ ਹੈ, ਉਹਦੀ ਬਖਸ਼ਿਸ਼ ਦਾ ਰੂਪ ਹੈ। ਪਰ ਬਾਣੀ ਨੂੰ ਹਿਰਦੇ ਤੇ ਧਾਰਨ ਨਹੀਂ ਕੀਤਾ। ਜੇ ਗੁਰਦੁਆਰੇ ਕੀਰਤਨ ਸੁਣਨ ਵੀ ਗਏ, ਅੱਜ ਫਲਾਂ ਰਾਗੀ ਜੀ ਕੀਰਤਨ ਕਰਨ ਆ ਰਹੇ ਨੇ, ਉਹਨਾਂ ਦਾ ਕੀਰਤਨ ਸੁਣਨਾ ਹੈ। ਭਾਈ ਕੀਰਤਨ ਤੇ ਗੁਰੂ ਦੀ ਬਾਣੀ ਦਾ ਹੋ ਰਿਹਾ ਹੈ। ਉਹ ਠੀਕ ਹੈ, ਇੱਕ ਵਿਦਵਾਨ ਨੇ, ਉਹਨਾਂ ਨੂੰ ਸੰਗੀਤ ਦੀ ਮਾਹਰਤਾ ਹਾਸਲ ਹੈ, ਵਾਹਿਗੁਰੂ ਜੀ ਦੀ ਕਿਰਪਾ ਉਹਨਾਂ 'ਤੇ, ਬਾਣੀ ਸ਼ੁੱਧ ਪੜ੍ਹਦੇ ਹਨ ਅਤੇ ਉਹਨਾਂ ਦੀ ਬਾਣੀ, ਉਹਨਾਂ ਦੁਆਰਾ ਬਾਣੀ ਸੁਣ ਕੇ ਰਸ ਆਉਂਦਾ ਹੈ। ਪਰ ਕੀਰਤਨ ਤੇ ਗੁਰੂ ਨਾਨਕ ਦੀ ਬਾਣੀ ਦਾ ਹੀ ਹੋ ਰਿਹਾ ਹੈ, ਕਿਸੇ ਵਿਅਕਤੀ ਦਾ ਕੀਰਤਨ ਨਹੀਂ। ਉਸੇ ਕੀਰਤਨ ਨੂੰ ਵੀ ਵਿਅਕਤੀ ਨਾਲ ਜੋੜ ਦਿੱਤਾ। ਇਸ ਲਈ ਫਿਰ ਆ ਕੇ ਕ੍ਰਿਟਿਸਿਜ਼ਮ ਜਾਂ ਉਸਤਤ ਨਿੰਦਾ ਸ਼ੁਰੂ ਹੋ ਜਾਂਦੀ ਹੈ। ਫਲਾਣੇ ਰਾਗੀ ਦਾ ਕੀਰਤਨ ਬੜਾ ਵਧੀਆ ਸੀ, ਇਹਨਾਂ ਨੂੰ ਕੀਰਤਨ ਕਰਨਾ ਹੀ ਨਹੀਂ ਆਉਂਦਾ। ਬਈ ਪੜ੍ਹ ਤੇ ਉਹ ਵੀ ਬਾਣੀ ਰਹੇ ਸਨ, ਉਹ ਵੀ ਬਾਣੀ ਰਹੇ ਸਨ। ਜਿੰਨੀ ਕੁ ਕਿਸੇ ਦੀ ਆਵਾਜ਼ ਵਿੱਚ ਮਧੁਰਤਾ ਹੈ, ਤੁਸੀਂ ਬਾਣੀ ਦਾ ਰਸ ਲੈਣ ਜਾਓ, ਪ੍ਰਸ਼ਾਦ ਲੈਣ ਗਏ ਹੋ, ਪ੍ਰਸ਼ਾਦ ਤੇ ਸ਼ੰਕੇ ਨਹੀਂ ਕਰੀਦੇ, ਪ੍ਰਸ਼ਾਦ ਤੇ ਸ਼ੰਕੇ ਨਹੀਂ ਕਰੀਦੇ। ਤੇ ਜਦੋਂ ਗੁਰੂ ਦੇ ਪ੍ਰਸ਼ਾਦ ਨੂੰ, ਬਾਣੀ ਨੂੰ ਵੀ ਗੁਰੂ ਦਾ ਪ੍ਰਸਾਦ ਸਮਝ ਕੇ ਧਾਰਨ ਕਰਾਂਗੇ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ, ਫਿਰ ਸੁਭਾਵਕ ਹੀ ਆਨੰਦ ਆਏਗਾ। ਗੁਰੂ ਦੇ ਪ੍ਰਸਾਦ ਨਾਲ ਜੁੜਾਂਗੇ, ਸੁਭਾਵਕ ਹੀ ਆਨੰਦ ਦੀ ਪ੍ਰਾਪਤੀ ਹੋਏਗੀ, ਰਹਿਮਤ ਦੀ ਪ੍ਰਾਪਤੀ ਹੋਏਗੀ, ਬਖਸ਼ਿਸ਼ ਦੀ ਪ੍ਰਾਪਤੀ ਹੋਏਗੀ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਹੁਣ ਆਨੰਦ ਹੋਏਗਾ, ਟਿਕਾਵ ਆਏਗਾ। ਇਹ ਸਹਿਸਾ, ਹੁਣ ਕੋਈ ਬਾਕੀ ਇੱਛਾ ਹੀ ਨਹੀਂ ਰਹੀ ਤੇ ਸ਼ੰਕੇ ਕਿਸ ਗੱਲ ਦੇ, ਬਾਕੀ ਕੋਈ ਫਿਕਰ ਚਿੰਤਾ ਹੀ ਨਹੀਂ ਰਹੀ ਤੇ ਸ਼ੰਕੇ ਕਿਸ ਗੱਲ ਦੇ। ਜਦੋਂ ਜੁੜ ਗਏ ਪ੍ਰਭੂ ਨਾਲ ਤੇ ਫਿਰ ਮੈਨੂੰ ਤੇ ਉਹ ਬੋਲ ਕਿਸੇ ਸ਼ਾਇਰ ਦੇ ਬੜੇ ਪਿਆਰੇ ਲੱਗਦੇ ਹਨ, ਤੂੰ ਜੋ ਵੀ ਦੇ, ਖੁਸ਼ੀ ਹੋ ਜਾਂ ਗਮ, ਤੇਰੇ ਪਿਆਰ ਕੀ ਕਸਮ ਹੈ ਮਨਜ਼ੂਰ ਹਮੇਂ। ਪਾਸ਼ਾ ਕਹਿੰਦੇ ਨਾ, ਜਾਂ ਸੁਖ ਦੇ, ਬਾਣੀ ਕਹਿ ਰਹੀ ਹੈ, ਜਾਂ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜਾਂ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਭਾਈ ਦੁੱਖ ਦਾਰੂ ਸੁਖ ਰੋਗ ਪਿਆ। ਦੁੱਖ ਕਈ ਵਾਰੀ ਇਲਾਜ ਬਣ ਜਾਂਦਾ ਹੈ, ਸੁਖ ਰੋਗ ਹੋ ਜਾਂਦਾ ਹੈ, ਸੁਖ ਦੀ ਐਡਿਕਸ਼ਨ ਹੋ ਜਾਂਦੀ ਹੈ। ਮੇਰੇ ਕਿਸੇ ਵਿਦਵਾਨ ਮਿੱਤਰ ਨੇ ਬੜੇ ਪਿਆਰੀ ਇੱਕ ਬਚਨ ਕੀਤੇ। ਮੈਂ ਸਵਾਲ ਰੱਖਿਆ ਵੀ ਇਹਦਾ ਅਰਥ ਕਰੋ ਜ਼ਰਾ, ਤੇ ਬੜਾ ਸੁੰਦਰ ਅਰਥ ਉਸਨੇ ਕੀਤਾ, ਬਹੁਤ ਅੱਛਾ ਲੱਗਾ ਮਨ ਨੂੰ। ਕਹਿੰਦਾ ਸੁਖ ਜਿਹੜਾ ਐਡਿਕਟ ਕਰਦਾ ਹੈ, ਆਦਤ ਪੈ ਜਾਂਦੀ ਸੁਖ ਦੀ, ਨਾ ਮਿਲੇ ਤੇ ਮਨ ਦੁਖੀ ਹੁੰਦਾ ਹੈ। ਤੇ ਦੁੱਖ ਜਿਹੜਾ ਹੈ ਉਹ ਅੰਦਰੋਂ ਜਗਾਉਂਦਾ ਹੈ, ਸਾਡੀ ਸੁੱਤੀ ਹੋਈ ਫੈਕਲਟੀਜ਼ ਨੂੰ ਜਗਾਉਂਦਾ ਹੈ, ਸਾਨੂੰ ਪ੍ਰਭੂ ਚਰਨਾਂ ਨਾਲ ਜੋੜਦਾ ਹੈ। ਦੁੱਖ ਵਿੱਚ ਪਰਮਾਤਮਾ ਯਾਦ ਆਉਂਦਾ ਹੈ। ਦੁੱਖ ਵਿੱਚ ਆਦਮੀ ਹਿੰਮਤ ਕਰੇ ਤੇ ਆਪਣੇ ਅੰਦਰ ਦੀ ਜਿਹੜੀ ਸ਼ਕਤੀ ਹੈ ਉਸ ਨੂੰ ਜਗਾਉਂਦਾ ਹੈ, ਆਲਸ ਨੂੰ ਦੂਰ ਕਰਦਾ ਹੈ। ਇਹ ਦਾਤ ਹੈ, ਇਹ ਸਭ ਪ੍ਰਸਾਦ ਹੈ। ਦੁੱਖ ਤੇ ਸੁੱਖ ਜੀਵਨ ਵਿੱਚ ਧੁੱਪ ਛਾਂ ਵਾਂਗਰ ਉਸਦੀ ਦਾਤ ਹੈ। ਗਰੀਬੀ ਅਮੀਰੀ ਉਸਦੇ ਰੰਗ ਨੇ। ਅੱਜ ਅਮੀਰੀ ਹੈ, ਕੱਲ ਗਰੀਬੀ ਵੀ ਆ ਸਕਦੀ ਹੈ। ਅੱਜ ਗਰੀਬੀ ਹੈ, ਕੱਲ ਵਾਪਸ ਬਖਸ਼ਿਸ਼ ਹੋ ਸਕਦੀ ਹੈ ਵਾਹਿਗੁਰੂ ਦੀ। ਇਹ ਜੀਵਨ ਉਸ ਦੀ ਪ੍ਰਾਪਤੀ ਲਈ ਮਿਲਿਆ ਹੈ, ਖਾਲੀ ਕੇਵਲ ਸੰਸਾਰ ਦੇ ਦੁੱਖ ਸੁੱਖ ਵਿੱਚ ਖਚਤ ਹੋ ਕੇ ਆਪਣਾ ਜੀਵਨ ਜਾਈ ਕਰਨ ਲਈ ਨਹੀਂ ਮਿਲਿਆ, ਉਸ ਪ੍ਰਭੂ ਪ੍ਰਾਪਤੀ ਲਈ ਮਿਲਿਆ ਹੈ। ਔਰ ਬਾਣੀ ਉਹ ਪ੍ਰਸ਼ਾਦ ਹੈ ਜਿਸ ਨੂੰ ਗ੍ਰਹਿਣ ਕਰਕੇ ਅਸੀਂ ਉਸ ਵਿੱਚ ਏਕਤਾ ਪ੍ਰਾਪਤ ਕਰ ਸਕਦੇ ਹਾਂ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਹ ਵਜਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਹ ਵਜਾਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।